ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਅੰਤ ਤੱਕ ਵੇਖਿਆ ਕਰੋ। ਬੱਚਿਓ, ਪ੍ਰੀਵੀਅਸ ਵੀਡੀਓ ਦੇ ਵਿੱਚ ਅਸੀਂ ਬੰਬਕੇਸ ਇਕਾਂਗੀ ਕੀਤੀ ਸੀ 10ਵੀਂ ਜਮਾਤ ਦੀ ਪਾਠ ਪੁਸਤਕ ਦੇ ਵਿੱਚੋਂ, ਅਤੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪਾਤਰਾਂ ਦੀ ਪਾਤਰ ਉਸਾਰੀ ਕਰਾਂਗੇ। ਸੋ ਇਨ ਦਿਸ ਵੀਡੀਓ ਅਸੀਂ ਇਹਦੇ ਜਿਹੜੇ ਮਸ਼ਹੂਰ ਪਾਤਰ ਨੇ, ਇੰਪੋਰਟੈਂਟ ਪਾਤਰ ਨੇ, ਉਹਨਾਂ ਦਾ ਪਾਤਰ ਚਿੱਤਰਣ ਵੇਖਾਂਗੇ। ਸੋ ਸਟਾਰਟ ਕਰਦੇ ਹਾਂ। ਬੰਬਕੇਸ ਇਕਾਂਗੀ ਜਿਹੜੀ ਹੈਗੀ ਹੈ ਬੱਚੋ, ਬਲਵੰਤ ਗਾਰਗੀ ਜੀ ਦੀ ਲਿਖੀ ਹੋਈ ਹੈ। ਉਸ ਦਿਨ ਆਪਾਂ ਕਾਫੀ ਵਿਸਥਾਰ ਦੇ ਵਿੱਚ ਜਿਹੜੀ ਪ੍ਰੀਵੀਅਸ ਵੀਡੀਓ ਦੇ ਵਿੱਚ ਇਹ ਕੀਤਾ ਸੀਗਾ ਕਿ ਬਲਵੰਤ ਗਾਰਗੀ ਜੀ ਦੇ ਜੀਵਨ ਦੇ ਬਾਰੇ, ਉਹਨਾਂ ਦੀਆਂ ਮੁੱਖ ਰਚਨਾਵਾਂ ਦੇ ਬਾਰੇ ਇਹ ਅਸੀਂ ਪੜ੍ਹਿਆ ਸੀਗਾ। ਇਸ ਤੋਂ ਇਲਾਵਾ ਤੁਹਾਨੂੰ ਬੰਬਕੇਸ ਇਕਾਂਗੀ ਦੀ ਸਾਰੀ ਕਹਾਣੀ ਵੀ ਸੁਣਾਈ ਸੀ, ਉਸਦੇ ਪਾਤਰ ਵੀ ਤੁਹਾਨੂੰ ਸੁਣਾਏ ਸੀ, ਕਿ ਆਪਣਾ ਵਾਰਤਾਲਾਪ ਵੀ ਸੁਣਾਏ ਸੀਗੇ, ਸੌਰੀ। ਤੇ ਵਾਰਤਾਲਾਪ ਜਿਹੜੇ ਇੰਪੋਰਟੈਂਟ ਸੀਗੇ ਉਹ ਕਿਸ ਨੇ ਕਿਸ ਨੂੰ ਕਹੇ ਸੀ, ਇਸ ਦੇ ਬਾਬਤ ਵੀ ਤੁਹਾਨੂੰ ਦੱਸਿਆ ਗਿਆ ਸੀ। ਸੋ ਫਰਸਟ ਆਪਾਂ ਸਟਾਰਟ ਕਰਦੇ ਹਾਂ ਥਾਣੇਦਾਰ ਦਾ ਪਾਤਰ ਚਿੱਤਰਨ। ਦਿਸ ਇਜ਼ ਵੈਰੀ ਇੰਪੋਰਟੈਂਟ। ਤਾਂ ਤੁਸੀਂ ਪੁਆਇੰਟਸ ਬਣਾ ਕੇ ਲਿਖਣੇ ਆ ਜਿਸ ਤਰ੍ਹਾਂ ਇੱਥੇ ਸ਼ੋਅ ਕੀਤੇ ਗਏ ਨੇ। ਜੇਕਰ ਤੁਸੀਂ ਪੈਰਿਆਂ ਦੇ ਰੂਪ ਦੇ ਵਿੱਚ ਲਿਖੋਗੇ ਐਗਜ਼ਾਮ ਦੇ ਵਿੱਚ ਤਾਂ ਉਹ ਜ਼ਿਆਦਾ ਇੰਪ੍ਰੈਸਿਵ ਨਹੀਂ ਲੱਗੇਗਾ। ਸੋ ਬੱਚਿਓ, ਤੁਸੀਂ ਇਸ ਤਰ੍ਹਾਂ ਪੁਆਇੰਟਸ ਬਣਾ ਕੇ ਲਿਖਣੇ ਨੇ। ਪਹਿਲਾਂ ਇੱਕ ਹਾਈਲਾਈਟਡ ਪੁਆਇੰਟ ਲਿਖ ਕੇ ਉਸਨੂੰ ਅੰਡਰਲਾਈਨ ਕਰਕੇ ਫਿਰ ਉਸਨੂੰ ਅੱਗੇ ਵਿਸਥਾਰ ਦੇਣਾ ਹੁੰਦਾ ਹੈ। ਜੇਕਰ ਤੁਸੀਂ ਇਸ ਤਰੀਕੇ ਨਾਲ ਪੇਪਰ ਦੇ ਵਿੱਚ ਲਿਖੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਈ ਨੰਬਰ ਕੱਟੇਗਾ। ਠੀਕ ਹੈ। ਸੋ ਲੈਟ ਅਸ ਸਟਾਰਟ। ਜਾਣ ਪਛਾਣ। ਥਾਣੇਦਾਰ ਬੰਬਕੇਸ ਇਕਾਂਗੀ ਦਾ ਮੁੱਖ ਪਾਤਰ ਹੈ। ਇਕਾਂਗੀਕਾਰ ਨੇ ਉਸਦੇ ਬੇਸਮਝੀ ਭਰੇ ਚਰਿੱਤਰ ਨੂੰ ਪੇਸ਼ ਕਰਕੇ ਇਕਾਂਗੀ ਵਿੱਚ ਹਾਸ ਰਸ ਪੈਦਾ ਕੀਤਾ ਹੈ। ਉਹ ਥਾਣੇ ਵਿੱਚ ਨਵਾਂ ਆਇਆ ਹੈ ਅਤੇ ਇਲਾਕੇ ਵਿੱਚ ਆਪਣਾ ਰੋਹਬ ਪਾਉਣ ਲਈ ਸਿਪਾਹੀ ਨੂੰ ਨਾਲ ਲੈ ਕੇ ਗਸ਼ਤ ਕਰਦਾ ਹੈ। ਉਹ ਵਜ਼ੀਰੇ ਨੂੰ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ। ਬੱਚੋ, ਅਸੀਂ ਦੇਖਿਆ ਸੀ ਨਾ ਕਿ ਥਾਣੇਦਾਰ ਜੋ ਸੀਗਾ ਉਹ ਇੱਕ ਬੇਵਕੂਫ ਵਿਅਕਤੀ ਸੀਗਾ, ਬੇਸਮਝ ਸੀ। ਉਸਨੂੰ ਐਂਡ ਤੱਕ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ ਕਿ ਜਿਹੜਾ ਵਜ਼ੀਰ ਹੈ ਉਹ ਟਾਂਗੇ ਦੇ ਬੰਬ ਬਣਾਉਂਦਾ ਹੁੰਦਾ ਹੈ। ਉਹ ਉਸਨੂੰ ਅਸਲੀ ਬੰਬ ਬਣਾਉਣ ਵਾਲਾ ਸਮਝ ਕੇ ਹੀ ਗ੍ਰਿਫਤਾਰ ਕਰਕੇ ਲੈ ਜਾਂਦਾ ਹੈ। ਬੇਸਮਝ ਅਫਸਰ। ਥਾਣੇਦਾਰ ਟਾਂਗੇ ਦੇ ਬੰਬ ਨੂੰ ਹੀ ਕੈਮੀਕਲ ਬੰਬ ਸਮਝਦਾ ਹੈ, ਇਸ ਲਈ ਉਹ ਇੱਕ ਬੇਸਮਝ ਅਫਸਰ ਹੈ ਜੋ ਟਾਂਗੇ ਦੇ ਬੰਬ ਅਤੇ ਕੈਮੀਕਲ ਬੰਬ ਦੇ ਫਰਕ ਨੂੰ ਹੀ ਨਹੀਂ ਸਮਝਦਾ। ਉਹ ਵਜ਼ੀਰੇ ਵਿਰੁੱਧ ਕੋਈ ਸਬੂਤ ਇਕੱਠੇ ਕੀਤੇ ਬਿਨਾਂ ਹੀ ਉਸਨੂੰ ਬੰਬ ਕੇਸ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ ਅਤੇ ਉਸਦੀ ਬੇਸਮਝੀ ਵਾਲੀ ਤਫਤੀਸ਼ ਇਕਾਂਗੀ ਵਿੱਚ ਹਾਸਾ ਪੈਦਾ ਕਰਦੀ ਹੈ। ਅਗਲਾ ਹੈ ਸਖਤ ਸੁਭਾਅ ਵਾਲਾ। ਥਾਣੇਦਾਰ ਸਖਤ ਸੁਭਾਅ ਦਾ ਮਾਲਕ ਹੈ। ਉਹ ਸਿਪਾਹੀ ਅਤੇ ਲੋਕਾਂ ਨੂੰ ਸਖਤ ਤਾੜਨਾ ਦਿੰਦਾ ਹੈ। ਉਹ ਥਾਣੇ ਵਿੱਚ ਨਵਾਂ ਆਇਆ ਹੈ, ਇਸ ਕਰਕੇ ਸ਼ੁਰੂ ਵਿੱਚ ਹੀ ਆਪਣਾ ਰੋਹਬ ਸਿਪਾਹੀ ਅਤੇ ਇਲਾਕੇ ਵਿਚਲੇ ਲੋਕਾਂ ਤੇ ਪਾਉਣਾ ਚਾਹੁੰਦਾ ਹੈ। ਉਹ ਇਲਾਕੇ ਦੇ ਸਭ ਲੋਕਾਂ ਨੂੰ ਸਿੱਧੇ ਕਰਨ ਦੀਆਂ ਗੱਲਾਂ ਵੀ ਕਰਦਾ ਹੈ। ਚੌਥਾ ਪੁਆਇੰਟ ਹੈ ਰੋਹਬ ਪਾਉਣ ਵਾਲਾ। ਉਹ ਥਾਣੇ ਵਿੱਚ ਨਵਾਂ ਆਇਆ ਹੈ, ਇਸ ਕਰਕੇ ਉਹ ਇਲਾਕੇ ਦੇ ਲੋਕਾਂ ਅਤੇ ਸਿਪਾਹੀ ਉੱਪਰ ਆਪਣੇ ਅਹੁਦੇ ਦਾ ਅਤੇ ਸਖਤ ਸੁਭਾਅ ਦਾ ਰੋਹਬ ਪਾਉਣਾ ਚਾਹੁੰਦਾ ਹੈ। ਇਸ ਮਕਸਦ ਲਈ ਉਹ ਸਿਪਾਹੀ ਨੂੰ ਨਾਲ ਲੈ ਕੇ ਇਲਾਕੇ ਦੀ ਗਸ਼ਤ ਕਰਦਾ ਹੈ ਅਤੇ ਸਿਪਾਹੀ ਨੂੰ ਦੱਸਦਾ ਹੈ ਕਿ ਉਹ ਬੜੇ ਸਖਤ ਸੁਭਾਅ ਦਾ ਹੈ ਅਤੇ ਬੇਤਰਸ ਸੁਭਾਅ ਦਾ ਮਾਲਕ ਹੈ। ਕਿ ਬੇਤਰਸ ਸੁਭਾਅ ਇੱਥੇ ਕਿਉਂ ਲਿਖਿਆ ਹੋਇਆ ਹੈ? ਕਿਉਂਕਿ ਆਪਾਂ ਉਸ ਦਿਨ ਇਕਾਂਗੀ ਪੜ੍ਹੀ ਸੀ ਤਾਂ ਉਹਦੇ ਵਿੱਚ ਇੱਕ ਵਾਰਤਾਲਾਪ ਆਇਆ ਸੀ ਨਾ ਕਿ ਉਹ ਕਹਿੰਦਾ ਹੈ ਕਿ ਮੇਰਾ ਕੁੱਟਣ ਦਾ ਤਰੀਕਾ ਜਿਹੜਾ ਉਹ ਸਾਰਿਆਂ ਨਾਲੋਂ ਅਲੱਗ ਹੀ ਹੈ। ਤਾਂ ਫਿਰ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਜਿਸ ਤੋਂ ਇਕਾਂਗੀ ਦੇ ਵਿੱਚ ਹਾਸ ਰਸ ਵੀ ਪੈਦਾ ਹੁੰਦਾ ਹੈ ਤੇ ਇਹ ਵੀ ਪਤਾ ਲੱਗਦਾ ਹੈ ਕਿ ਉਹਦਾ ਸੁਭਾਅ ਜਿਹੜਾ ਹੈਗਾ ਉਹ ਕਿੰਨਾ ਬੇਤਰਸ ਹੈ। ਖੁਸ਼ਾਮਦ ਪਸੰਦ। ਖੁਸ਼ਾਮਦ ਹੁੰਦਾ ਬੱਚੋ ਕਿਸੇ ਦੀ ਝੂਠੀ ਚਾਪਲੂਸੀ ਕਰਨੀ, ਠੀਕ ਹੈ, ਕਿਸੇ ਦੀ ਝੂਠੀ ਤਾਰੀਫ ਕਰਨੀ। ਜਿਹੜਾ ਉਹਦੇ ਨਾਲ ਸਿਪਾਹੀ ਹੁੰਦਾ ਹੈ ਉਹ ਹਰ ਵੇਲੇ ਉਸਦੀ ਝੂਠੀ ਤਾਰੀਫ ਕਰਦਾ ਰਹਿੰਦਾ ਹੈ, ਠੀਕ ਹੈ ਨਾ। ਤੇ ਉਹ ਸਿਪਾਹੀ ਤੋਂ ਆਪਣੀ ਤਾਰੀਫ ਸੁਣ ਕੇ ਖੁਸ਼ ਹੁੰਦਾ ਰਹਿੰਦਾ ਹੈ। ਸਿਪਾਹੀ ਅਤੇ ਲੋਕਾਂ ਤੋਂ ਖੁਸ਼ਾਮਦ ਲੈਣ ਲਈ ਉਹਨਾਂ ਨੂੰ ਆਪਣੇ ਕੁੱਟਣ ਮਾਰਨ ਦੇ ਤਰੀਕੇ ਦੱਸਦਾ ਰਹਿੰਦਾ ਹੈ। ਗਸ਼ਤ ਕਰਦੇ ਸਮੇਂ ਸਿਪਾਹੀ ਉਸਦੇ ਕੰਮ ਕਰਨ ਦੇ ਤਰੀਕਿਆਂ ਦੀ ਪ੍ਰਸ਼ੰਸਾ ਕਰਦਾ ਹੈ। ਉਹ ਆਪਣੀ ਤਾਰੀਫ ਬਾਰੇ ਸੁਣ ਕੇ ਇਲਾਕੇ ਦੇ ਲੋਕਾਂ ਉੱਪਰ ਰੋਹਬ ਪਾਉਣ ਦੇ ਤਰੀਕਿਆਂ ਅਤੇ ਬਦਮਾਸ਼ਾਂ ਨੂੰ ਕੁੱਟਣ ਮਾਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ। ਵਿਅੰਗਮਈ ਪਾਤਰ। ਥਾਣੇਦਾਰ ਸ਼ੇਖੀਆਂ ਮਾਰਨ ਵਾਲਾ ਹੈ। ਉਹ ਟਾਂਗੇ ਦੇ ਬੰਬਾਂ ਨੂੰ ਹੀ ਕੈਮੀਕਲ ਬੰਬ ਸਮਝ ਕੇ ਵਜ਼ੀਰੇ ਨੂੰ ਬੇਸਮਝੀ ਵਿੱਚ ਗ੍ਰਿਫਤਾਰ ਕਰਦਾ ਹੈ ਅਤੇ ਉਸ ਵੱਲੋਂ ਆਪਣੀ ਯੋਗਤਾ ਸੰਬੰਧੀ ਮਾਰੀਆਂ ਹੋਈਆਂ ਸ਼ੇਖੀਆਂ ਉਸਨੂੰ ਇੱਕ ਵਿਅੰਗਮਈ ਪਾਤਰ ਬਣਾ ਦਿੰਦੀਆਂ ਹਨ। ਠੀਕ ਹੈ ਬੱਚੋ, ਇਹ ਤਾਂ ਹੋ ਗਏ ਥਾਣੇਦਾਰ ਦੇ ਸੁਭਾਅ ਦੇ ਮੁੱਖ ਪੁਆਇੰਟ। ਠੀਕ ਹੈ, ਜਾਣ ਪਛਾਣ, ਬੇਸਮਝ ਅਫਸਰ, ਸਖਤ ਸੁਭਾਅ ਵਾਲਾ, ਰੋਹਬ ਪਾਉਣ ਵਾਲਾ, ਖੁਸ਼ਾਮਦ ਪਸੰਦ ਅਤੇ ਵਿਅੰਗਮਈ ਪਾਤਰ। ਅਗਲਾ ਪਾਤਰ ਜਿਹੜਾ ਹੈਗਾ ਉਹ ਹੈ ਸਿਪਾਹੀ, ਜਿਹੜਾ ਕਿ ਥਾਣੇਦਾਰ ਦੇ ਨਾਲ ਹੀ ਹੁੰਦਾ ਹੈ।
ਜਾਣ ਪਛਾਣ। ਜਾਣ ਪਛਾਣ ਦੇ ਵਿੱਚ ਬੱਚੋ ਅਸੀਂ ਕੀ ਦੱਸਣਾ ਹੁੰਦਾ ਹੈ? ਇਕਾਂਗੀ ਦਾ ਨਾਮ ਦੱਸਣਾ ਹੁੰਦਾ ਹੈ, ਤੇ ਜੋ ਪਾਤਰ ਹੁੰਦਾ ਹੈ ਉਸਦੀ ਕੀ ਸਥਿਤੀ ਹੈ, ਤੇ ਉਸਦਾ ਹੁਲੀਆ ਕਿਸ ਤਰ੍ਹਾਂ ਦਾ ਹੈ, ਇਹ ਸਭ ਕੁਝ ਅਸੀਂ ਜਾਣ ਪਛਾਣ ਦੇ ਵਿੱਚ ਦੱਸਣਾ ਹੁੰਦਾ ਹੈ। ਸਿਪਾਹੀ ਬੰਬ ਕੇਸ ਇਕਾਂਗੀ ਦਾ ਇੱਕ ਮੁੱਖ ਪਾਤਰ ਹੈ। ਮੁੱਖ ਨਹੀਂ ਕਹਿ ਸਕਦੇ ਇਹਨੂੰ, ਇਕਾਂਗੀ ਦਾ ਇੱਕ ਪਾਤਰ ਹੈ। ਉਸਦਾ ਨਾਂ ਲੱਖਾ ਸਿੰਘ ਹੈ। ਉਹ ਥਾਣੇਦਾਰ ਦੇ ਅਧੀਨ ਹੈ। ਉਹ ਥਾਣੇ ਵਿੱਚ ਥਾਣੇਦਾਰ ਤੋਂ ਪਹਿਲਾਂ ਦਾ ਹੀ ਤਾਇਨਾਤ ਹੈ। ਇਸ ਲਈ ਗਸ਼ਤ ਸਮੇਂ ਉਹ ਥਾਣੇਦਾਰ ਨੂੰ ਇਲਾਕੇ ਦੇ ਲੋਕਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਝੂਠੀ ਤਾਰੀਫ ਕਰਨ ਵਾਲਾ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸਾਰੀ ਇਕਾਂਗੀ ਦੇ ਵਿੱਚ ਕਿ ਉਹ ਥਾਣੇਦਾਰ ਦੀਆਂ ਹੀ ਤਾਰੀਫਾਂ ਕਰਦਾ ਰਹਿੰਦਾ ਹੈ, ਤੇ ਉਹ ਸਾਰੀਆਂ ਤਾਰੀਫਾਂ ਉਸਦੀਆਂ ਝੂਠੀਆਂ ਹੁੰਦੀਆਂ ਹਨ। ਸਿਪਾਹੀ ਬੜਾ ਖੁਸ਼ਾਮਦੀ ਹੈ। ਖੁਸ਼ਾਮਦੀ ਜਿਹੜੇ ਹੁੰਦੇ ਨੇ, ਖੁਸ਼ਾਮਦੀ ਦਾ ਅਰਥ ਹੈ ਚਾਪਲੂਸੀ ਕਰਨ ਵਾਲਾ। ਉਹ ਆਪਣੇ ਨਵੇਂ ਅਫਸਰ ਥਾਣੇਦਾਰ ਨੂੰ ਖੁਸ਼ ਰੱਖਣ ਲਈ ਉਸਦੀ ਝੂਠੀ ਤਾਰੀਫ ਕਰਦਾ ਹੈ ਅਤੇ ਉਸ ਤੋਂ ਪਹਿਲਾਂ ਵਾਲੇ ਥਾਣੇਦਾਰ ਨੂੰ ਘਟੀਆ ਅਤੇ ਅਯੋਗ ਦੱਸਦਾ ਹੈ। ਸ਼ੇਖੀਆਂ ਮਾਰਨ ਵਾਲਾ, ਉਹ ਲੋਕਾਂ ਸਾਹਮਣੇ ਨਵੇਂ ਥਾਣੇਦਾਰ ਦੇ ਸਖਤ ਸੁਭਾਅ ਅਤੇ ਕੁੱਟਣ ਦੇ ਤਰੀਕਿਆਂ ਦੀ ਬਿਨਾਂ ਕੁਝ ਜਾਣੇ ਹੀ ਤਾਰੀਫ ਕਰਦਾ ਹੈ। ਉਹ ਆਪਣੀ ਵਡਿਆਈ ਲਈ ਇਲਾਕੇ ਦੇ ਲੋਕਾਂ ਬਾਰੇ ਗਲਤ ਜਾਣਕਾਰੀ ਥਾਣੇਦਾਰ ਨੂੰ ਦਿੰਦਾ ਹੈ। ਸਧਾਰਨ ਲੋਕਾਂ ਦਾ ਵਿਰੋਧੀ, ਉਹ ਸਧਾਰਨ ਲੋਕਾਂ ਦਾ ਵਿਰੋਧੀ ਹੈ ਪਰ ਜ਼ਿਮੀਂਦਾਰਾਂ ਦਾ ਪੱਖੀ ਹੈ। ਉਹ ਥਾਣੇਦਾਰ ਨੂੰ ਇਲਾਕੇ ਦੇ ਲੋਕਾਂ ਨੂੰ ਪੱਕੇ ਡਾਕੂ ਦੱਸਦਾ ਹੋਇਆ ਉਹਨਾਂ ਨੂੰ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਦੱਬ ਕੇ ਬੈਠਣ ਵਾਲੇ ਆਖਦਾ ਹੈ। ਉਹ ਕਹਿੰਦਾ ਹੈ ਕਿ ਜੇ ਇਹ ਵਾਹੀ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਜ਼ਿਮੀਂਦਾਰਾਂ ਦੇ ਖੇਤਾਂ ਉੱਪਰ ਕਬਜ਼ਾ ਕਰ ਲੈਣ। ਚਲਾਕ, ਉਹ ਇੱਕ ਚਲਾਕ ਵਿਅਕਤੀ ਹੈ। ਉਹ ਵੀਰਾਂਵਾਲੀ ਨੂੰ ਬੜੀ ਚਲਾਕੀ ਅਤੇ ਮਕਾਰੀ ਨਾਲ ਕਹਿੰਦਾ ਹੈ ਕਿ ਉਹ ਉਸਦੇ ਇੱਕ ਪੁੱਤਰ ਲਈ ਸਰਕਾਰੀ ਕੋਠੜੀ ਅਤੇ ਸਰਕਾਰੀ ਰੋਟੀ ਦਾ ਪ੍ਰਬੰਧ ਕਰ ਦੇਣਗੇ। ਬੇਸਮਝ, ਠੀਕ ਹੈ, ਉਹ ਚਲਾਕ ਹੋਣ ਦੇ ਨਾਲ ਨਾਲ ਬੇਸਮਝ ਵੀ ਹੈ। ਉਹ ਅਣਜਾਣ ਥਾਣੇਦਾਰ ਦੁਆਰਾ ਬਿਨਾਂ ਕੁਝ ਸੋਚੇ ਸਮਝੇ ਵਜ਼ੀਰੇ ਨੂੰ ਬੰਬ ਕੇਸ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਨਾਲ ਭਾਈਵਾਲ ਹੈ, ਪਰ ਉਸਦੀ ਇਸ ਬੇਸਮਝੀ ਦਾ ਕਾਰਨ ਉਸ ਵੱਲੋਂ ਥਾਣੇਦਾਰ ਦੀ ਕੀਤੀ ਜਾ ਰਹੀ ਖੁਸ਼ਾਮਦ ਹੈ। ਹਾਸ ਰਸ ਪੈਦਾ ਕਰਨ ਵਾਲਾ, ਉਸਦੀ ਚਲਾਕੀ, ਵਿਅੰਗ, ਥਾਣੇਦਾਰ ਦੀ ਕੀਤੀ ਹੋਈ ਖੁਸ਼ਾਮਦ ਅਤੇ ਬੇਸਮਝੀ ਇਕਾਂਗੀ ਵਿੱਚ ਹਾਸ ਰਸ ਪੈਦਾ ਕਰਦੀ ਹੈ। ਵਿਅੰਗਮਈ ਪਾਤਰ, ਉਸਦਾ ਟਾਂਗੇ ਦੇ ਬੰਬਾਂ ਨੂੰ ਕੈਮੀਕਲ ਬੰਬ ਸਮਝ ਲੈਣਾ ਅਤੇ ਬਿਨਾਂ ਸੋਚੇ ਸਮਝੇ ਥਾਣੇਦਾਰ ਦੀ ਤਾਰੀਫ ਕਰਨਾ ਉਸਨੂੰ ਇੱਕ ਵਿਅੰਗਮਈ ਪਾਤਰ ਬਣਾ ਦਿੰਦੇ ਹਨ। ਬੱਚੋ ਅਸੀਂ ਦੇਖਦੇ ਹਾਂ ਕਿ ਥਾਣੇਦਾਰ ਅਤੇ ਸਿਪਾਹੀ ਦੇ ਸੁਭਾਅ ਦੀਆਂ ਕੁਝ ਗੱਲਾਂ ਮਿਲਦੀਆਂ ਨੇ, ਜਿਵੇਂ ਕਿ ਵਿਅੰਗਮਈ ਪਾਤਰ ਇਹ ਦੋਨੋਂ ਹੀ ਨੇ, ਠੀਕ ਹੈ, ਬੇਸਮਝ ਵੀ ਇਹ ਦੋਨੋਂ ਹੀ ਨੇ, ਠੀਕ ਹੈ, ਥਾਣੇਦਾਰ ਵੀ ਬੇਸਮਝ ਹੁੰਦਾ ਹੈ ਅਤੇ ਸਿਪਾਹੀ ਵੀ ਬੇਸਮਝ ਹੁੰਦਾ ਹੈ। ਬੇਸਮਝ ਦਾ ਮਤਲਬ ਇੱਥੇ ਇਹ ਨਹੀਂ ਹੈਗਾ ਬੱਚੋ ਕਿ ਉਹ ਭੋਲੇ ਭਾਲੇ ਨੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਹ ਚਲਾਕ ਹੈਗੇ ਨੇ ਬਟ ਉਹ ਥੋੜ੍ਹੇ ਬੇਵਕੂਫ ਹੈ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਹੈਗਾ ਕਿ ਆਪਣੀ ਜਿਹੜੀ ਡਿਊਟੀ ਹੈ ਉਸਨੂੰ ਕਿਸ ਤਰ੍ਹਾਂ ਚੰਗੀ ਤਰ੍ਹਾਂ ਨਿਭਾਉਣਾ ਹੈ। ਤਾਂ ਜਿਹੜਾ ਸਿਪਾਹੀ ਹੈ ਉਹ ਬਿਨਾਂ ਕੁਝ ਸੋਚੇ ਸਮਝੇ ਥਾਣੇਦਾਰ ਦੀ ਤਾਰੀਫ ਕਰਦਾ ਰਹਿੰਦਾ ਹੈ, ਤੇ ਜਿਹੜਾ ਥਾਣੇਦਾਰ ਹੈ ਉਹ ਆਪਣੀ ਝੂਠੀ ਤਾਰੀਫ ਸੁਣ ਕੇ ਉਸ ਦੀਆਂ ਸਿਪਾਹੀ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਹੈ ਤੇ ਬੇਵਕੂਫੀ ਕਰਦਾ ਹੈ। ਵਿਅੰਗਮਈ ਪਾਤਰ ਵੀ ਦੋਨੋਂ ਹੀ ਨੇ, ਅਸੀਂ ਦੇਖਦੇ ਹਾਂ ਹਾਸ ਰਸ ਪੈਦਾ ਕਰਨ ਵਾਲੇ ਵੀ ਦੋਨੋਂ ਹੀ ਨੇ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ 3-4 ਪੁਆਇੰਟ ਹੈ ਉਹ ਦੋਨਾਂ ਦੇ ਵਿੱਚ ਕਾਮਨ ਨੇ। ਥਾਣੇਦਾਰ ਅਤੇ ਸਿਪਾਹੀ ਦੇ ਸੁਭਾਅ ਦੀਆਂ ਇਹ ਗੱਲਾਂ ਕੁਝ ਮਿਲਦੀਆਂ ਜੁਲਦੀਆਂ ਨੇ। ਅੱਗੇ ਹੈ ਵੀਰਾਂਵਾਲੀ ਦਾ ਪਾਤਰ ਚਿੱਤਰਨ। ਇਹ ਬਹੁਤ ਇੰਪੋਰਟੈਂਟ ਹੈ ਬੱਚੋ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਇਹ ਵੀਰਾਂਵਾਲੀ ਜਿਹੜੀ ਸੀਗੀ ਵਜ਼ੀਰੇ ਦੀ ਮਾਂ ਸੀ। ਇਸ ਦੀ ਜਾਣ ਪਛਾਣ ਦੇਖਦੇ ਹਾਂ। ਵੀਰਾਂਵਾਲੀ ਬੰਬ ਕੇਸ ਇਕਾਂਗੀ ਦੀ ਇੱਕ ਮਹੱਤਵਪੂਰਨ ਪਾਤਰ ਹੈ। ਉਹ ਇੱਕ ਸ਼ਰਨਾਰਥੀ ਅਤੇ ਦੁਖੀ ਇਸਤਰੀ ਹੈ। ਉਸਦੇ 3 ਪੁੱਤਰ ਅਤੇ ਇੱਕ ਧੀ ਹੈ। ਉਸਦਾ ਇੱਕ ਪੁੱਤਰ ਵਜ਼ੀਰਾ ਇਕਾਂਗੀ ਦਾ ਇੱਕ ਪਾਤਰ ਹੈ। ਦੀਪੋ ਉਸਦੀ ਧੀ ਹੈ। ਇਕਾਂਗੀਕਾਰ ਨੇ ਉਸ ਨੂੰ ਇੱਕ ਮਾਂ ਦੇ ਰੂਪ ਵਿੱਚ ਸਫਲ ਪਾਤਰ ਦੀ ਸਿਰਜਣਾ ਕੀਤੀ ਹੈ। ਉਹ ਰੰਗਲੀਆਂ ਪੀੜ੍ਹੀਆਂ ਉੱਪਰ ਸੁੰਦਰ ਵੇਲ ਬੂਟੇ ਵੀ ਪਾ ਲੈਂਦੀ ਹੈ। ਪੁੱਤਰ ਪਿਆਰ ਨਾਲ ਭਰਪੂਰ, ਉਹ ਪੁੱਤਰ ਪਿਆਰ ਨਾਲ ਭਰਪੂਰ ਔਰਤ ਹੈ। ਭਾਵੇਂ ਉਹ ਆਪਣੇ ਪੁੱਤਰਾਂ ਤੋਂ ਨਿਰਾਸ਼ ਹੈ ਕਿਉਂਕਿ ਉਹ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਅਤੇ ਆਪਣੀ ਮਾਂ ਦੀ ਪਰਵਾਹ ਵੀ ਨਹੀਂ ਕਰਦੇ, ਪਰ ਉਹ ਕਹਿੰਦੀ ਹੈ ਕਿ ਮਾਪੇ ਕੁਮਾਪੇ ਨਹੀਂ ਹੋ ਸਕਦੇ। ਜਦੋਂ ਥਾਣੇਦਾਰ ਉਸਦੇ ਪੁੱਤਰ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਤਾਂ ਉਹ ਪੁੱਤਰ ਪਿਆਰ ਵਿੱਚ ਉਸਨੂੰ ਛਡਾਉਣ ਲਈ ਤਰਲੋ ਮੱਛੀ ਹੁੰਦੀ ਹੈ। ਬੱਚੋ ਅਸੀਂ ਇਸ ਦੇ ਵਿੱਚ ਇੱਕ ਗੱਲ ਹੋਰ ਵੀ ਐਡ ਕਰ ਸਕਦੇ ਹਾਂ। ਜਦੋਂ ਅਸੀਂ ਕੱਲ੍ਹ ਇਕਾਂਗੀ ਪੜ੍ਹ ਰਹੇ ਸੀਗੇ ਤਾਂ ਉਹਦੇ ਵਿੱਚ ਇੱਕ ਵਾਰਤਾਲਾਪ ਆਇਆ ਸੀ ਕਿ ਜਦੋਂ ਉਸਦੀ ਧੀ
ਵਜ਼ੀਰੇ ਲਈ ਰੱਖਿਆ ਹੋਇਆ ਗੁੜ ਚੱਕ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ ਤਾਂ ਵੀਰਾਂ ਵਾਲੀ ਉਸਨੂੰ ਝਿੜਕਦੀ ਹੋਈ ਕਹਿੰਦੀ ਹੈ ਕਿ ਇਹ ਮੈਂ ਤੇਰੇ ਵੀਰੇ ਲਈ ਰੱਖਿਆ ਸੀ। ਤਾਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਉੱਥੇ, ਠੀਕ ਹੈ, ਅਗਲੇ ਪੁਆਇੰਟ ਦੇ ਵਿੱਚ ਇਹ ਚੀਜ਼ ਆਵੇਗੀ ਕਿ ਉਹ ਆਪਣੇ ਪੁੱਤਰਾਂ ਨੂੰ ਜ਼ਿਆਦਾ ਪਿਆਰ ਕਰਦੀ ਹੈ, ਇਸ ਲਈ ਉਹ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਉਹਨਾਂ ਦੇ ਲਈ ਸਾਂਭ ਕੇ ਰੱਖਦੀ ਹੈ। ਧੀ ਦੇ ਵਿਆਹ ਦਾ ਫਿਕਰ ਕਰਨ ਵਾਲੀ, ਉਹ ਧੀ ਦੇ ਵਿਆਹ ਦਾ ਫਿਕਰ ਕਰਦੀ ਹੈ। ਉਹ ਆਪਣੀ ਧੀ ਦੇ ਵਿਆਹ ਦਾ ਬਹੁਤ ਫਿਕਰ ਕਰਦੀ ਹੈ। ਉਹ ਕਹਿੰਦੀ ਹੈ ਕਿ ਹੇ ਰੱਬਾ, ਹੁਣ ਇਹ ਸਿਆਣੀ ਹੋ ਗਈ ਏ, ਜੇ ਕੋਈ ਮੁੰਡਾ ਲੱਭ ਜਾਵੇ ਤਾਂ ਇਸ ਦਾ ਵੀ ਤੋਪਾ ਭਰਾਂ। ਧੀ ਨਾਲ ਵਿਤਕਰਾ ਕਰਨ ਵਾਲੀ, ਉਹ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਦੀ ਹੈ। ਉਹ ਦੀਪੋ ਤੋਂ ਗੁੜ ਦੀ ਡਲੀ ਲੈ ਲੈਂਦੀ ਹੈ ਜਿਹੜੀ ਕਿ ਉਸਨੇ ਲੁਕਾ ਕੇ ਆਪਣੇ ਪੁੱਤਰ ਲਈ ਰੱਖੀ ਹੋਈ ਸੀ। ਮਾਂ ਦੇ ਅਜਿਹੇ ਵਤੀਰੇ ਨੂੰ ਦੇਖ ਕੇ ਦੀਪੋ ਨੂੰ ਬਹੁਤ ਗੁੱਸਾ ਆਉਂਦਾ ਹੈ। ਨਿੱਡਰ ਅਤੇ ਹੌਸਲੇ ਵਾਲੀ, ਉਹ ਹੌਸਲੇ ਵਾਲੀ ਅਤੇ ਨਿੱਡਰ ਔਰਤ ਹੈ। ਉਹ ਖੂਹ ਵਿੱਚ ਵੜ ਕੇ ਕੋਈ ਚੀਜ਼ ਕੱਢਣ ਦੀ ਹਿੰਮਤ ਵੀ ਰੱਖਦੀ ਹੈ। ਇੱਕ ਵਾਰ ਖੂਹ ਵਿੱਚ ਮੇਮਣਾ ਡਿੱਗ ਪਿਆ ਸੀ ਅਤੇ ਉਹ ਖੂਹ ਵਿੱਚ ਵੜ ਕੇ ਉਸਨੂੰ ਕੱਢ ਲਿਆਈ ਸੀ। ਭੋਲੀ ਭਾਲੀ ਇਸਤਰੀ, ਉਹ ਭੋਲੀ ਭਾਲੀ ਔਰਤ ਹੈ। ਥਾਣੇਦਾਰ ਅਤੇ ਸਿਪਾਹੀ ਦੀਆਂ ਚੁਸਤ ਗੱਲਾਂ ਉਸਨੂੰ ਸਮਝ ਨਹੀਂ ਆਉਂਦੀਆਂ। ਜਦੋਂ ਸਿਪਾਹੀ ਜੇਲ੍ਹ ਨੂੰ ਵਿਅੰਗ ਨਾਲ ਉਸਦੇ ਪੁੱਤਰ ਲਈ ਮਿਲ ਰਹੀ ਮੁਫਤ ਸਰਕਾਰੀ ਕੋਠੀ ਦੱਸਦਾ ਹੋਇਆ ਕਹਿੰਦਾ ਹੈ ਕਿ ਉੱਥੇ ਉਸਨੂੰ ਮੁਫਤ ਖਾਣਾ ਵੀ ਮਿਲੇਗਾ, ਤਾਂ ਉਹ ਇਸ ਨੂੰ ਸੱਚਮੁੱਚ ਮਦਦ ਸਮਝ ਕੇ ਥਾਣੇਦਾਰ ਅਤੇ ਸਿਪਾਹੀ ਦਾ ਧੰਨਵਾਦ ਕਰਦੀ ਹੈ। ਇੱਕ ਦੁਖੀ ਇਸਤਰੀ, ਉਹ ਇੱਕ ਦੁਖੀ ਅਤੇ ਦੇਸ਼ ਦੀ ਵੰਡ ਸਮੇਂ ਉੱਜੜ ਕੇ ਆਈ ਹੋਈ ਸ਼ਰਨਾਰਥੀ ਔਰਤ ਹੈ। ਉਹ ਆਰਥਿਕ ਤੰਗੀਆਂ ਦੀ ਸ਼ਿਕਾਰ ਹੋਣ ਕਰਕੇ ਆਪਣੇ ਪੁੱਤਰ ਦੇ ਬਿਨਾਂ ਕਿਸੇ ਕਸੂਰੋਂ ਫੜੇ ਜਾਣ ਕਰਕੇ ਵੀ ਦੁਖੀ ਹੈ। ਠੀਕ ਹੈ। ਵਜ਼ੀਰੇ ਦਾ ਪਾਤਰ ਚਿੱਤਰਨ, ਇਹ ਵੀ ਬਹੁਤ ਇੰਪੋਰਟੈਂਟ ਹੈ। ਜਾਣ ਪਛਾਣ ਦੇਖਦੇ ਹਾਂ। ਵਜ਼ੀਰਾ ਬੰਬ ਕੇਸ ਇਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਵੀਰਾਂਵਾਲੀ ਦਾ ਪੁੱਤਰ ਹੈ। ਉਸਦੇ 2 ਹੋਰ ਭਰਾ ਵੀ ਹਨ ਅਤੇ ਇੱਕ ਭੈਣ ਹੈ। ਉਹ ਪਾਕਿਸਤਾਨ ਤੋਂ ਵੰਡ ਸਮੇਂ ਉੱਜੜ ਕੇ ਆਇਆ ਹੈ। ਉਸਨੇ ਘਰ ਦਾ ਗੁਜ਼ਾਰਾ ਕਰਨ ਲਈ ਕਈ ਪਾਪੜ ਵੇਲੇ ਸਨ ਅਤੇ ਹੁਣ ਉਹ ਟਾਂਗਿਆਂ ਦੇ ਬੰਬ ਬਣਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਪਰ ਇਲਾਕੇ ਦਾ ਥਾਣੇਦਾਰ ਬਿਨਾਂ ਕੁਝ ਸੋਚੇ ਸਮਝੇ ਉਸਨੂੰ ਕੈਮੀਕਲ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਲੈ ਜਾਂਦਾ ਹੈ। ਅਗਲਾ ਪੁਆਇੰਟ ਹੈ ਮਿਹਨਤ ਮਜ਼ਦੂਰੀ ਕਰਨ ਵਾਲਾ। ਉਹ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਆਦਮੀ ਹੈ। ਪਾਕਿਸਤਾਨ ਤੋਂ ਉੱਜੜਨ ਮਗਰੋਂ ਉਸਨੇ ਘਰ ਦਾ ਗੁਜ਼ਾਰਾ ਤੋਰਨ ਲਈ ਕਈ ਤਰ੍ਹਾਂ ਦੇ ਕੰਮ ਕੀਤੇ ਅਤੇ ਅੰਤ ਨੂੰ ਟਾਂਗਿਆਂ ਦੇ ਬੰਬ ਬਣਾਉਣ ਲੱਗ ਪਿਆ। ਉਹ ਆਪਣੇ ਕੰਮ ਕਰਨ ਵਾਲੇ ਸੰਦ, ਤੇਸਾ ਅਤੇ ਆਰੀ ਚੁੱਕ ਕੇ ਲੋਕਾਂ ਦੇ ਘਰਾਂ ਵਿੱਚ ਲੱਕੜ ਦਾ ਕੰਮ ਕਰਨ ਲਈ ਵੀ ਜਾਂਦਾ ਸੀ। ਸਰਕਾਰੀ ਅਫਸਰਾਂ ਤੋਂ ਡਰਨ ਵਾਲਾ, ਉਹ ਥਾਣੇਦਾਰ ਤੋਂ ਡਰਦਾ ਹੈ ਅਤੇ ਉਸ ਨਾਲ ਬੜੀ ਅਧੀਨਗੀ ਨਾਲ ਗੱਲ ਕਰਦਾ ਹੈ। ਉਹ ਉਸਨੂੰ ਕਹਿੰਦਾ ਹੈ ਕਿ ਜੇਕਰ ਉਸਦੇ ਟਾਂਗੇ ਦੇ ਬੰਬ ਟੁੱਟੇ ਹੋਏ ਹਨ ਤਾਂ ਉਹ ਉਸ ਲਈ ਛੇਤੀ ਬਣਾ ਦੇਵੇਗਾ। ਉਹ ਥਾਣੇਦਾਰ ਦੀਆਂ ਚੁਸਤ ਗੱਲਾਂ ਨੂੰ ਨਹੀਂ ਸਮਝ ਸਕਦਾ। ਆਪਣੇ ਭਰਾਵਾਂ ਨਾਲ ਲੜਦਾ ਰਹਿਣ ਵਾਲਾ, ਵੀਰਾਂਵਾਲੀ ਅਨੁਸਾਰ ਵਜ਼ੀਰੇ ਸਮੇਤ ਉਸਦੇ ਤਿੰਨੋਂ ਪੁੱਤਰ ਆਪਸ ਵਿੱਚ ਲੜਦੇ ਰਹਿੰਦੇ ਸਨ ਅਤੇ ਉਸਨੂੰ ਪਿਆਰ ਵੀ ਨਹੀਂ ਸਨ ਕਰਦੇ। ਹਾਸ ਰਸ ਉਪਜਾਉਣ ਵਾਲਾ, ਜਿਹੜਾ ਵਜ਼ੀਰੇ ਦਾ ਪਾਤਰ ਹੈ ਇਹ ਵੀ ਇਕਾਂਗੀ ਦੇ ਵਿੱਚ ਥੋੜੀ ਜਿਹੀ ਵਿਅੰਗ ਪੈਦਾ ਕਰੇਗਾ। ਇਕਾਂਗੀ ਵਿੱਚ ਉਸਦੀ ਥਾਣੇਦਾਰ ਨਾਲ ਹੋਈ ਵਾਰਤਾਲਾਪ ਅਤੇ ਉਸ ਦੁਆਰਾ ਥਾਣੇਦਾਰ ਦੇ ਕੀਤੇ ਤਰਲੇ ਇਕਾਂਗੀ ਵਿੱਚ ਹਾਸ ਰਸ ਪੈਦਾ ਕਰਦੇ ਹਨ ਅਤੇ ਥਾਣੇਦਾਰ ਦੇ ਵਿਅੰਗਮਈ ਚਰਿੱਤਰ ਨੂੰ ਖੂਬ ਉਗਾੜਦੇ ਹਨ। ਬੱਚੋ ਅਗਲਾ ਪਾਤਰ ਹੈ ਦੀਪੋ ਦਾ। ਠੀਕ ਹੈ, ਤੁਸੀਂ ਸਾਰੇ ਹੀ ਜਾਣਦੇ ਹੋ ਦੀਪੋ ਜਿਹੜੀ ਹੈਗੀ ਹੈ ਵਜ਼ੀਰੇ ਦੀ ਭੈਣ ਹੈ ਅਤੇ ਵੀਰਾਂਵਾਲੀ ਦੀ ਧੀ ਹੈ। ਪਹਿਲਾ ਪੁਆਇੰਟ ਹੈ ਦੀਪੋ ਬੰਬ ਕੇਸ ਇਕਾਂਗੀ ਵਿੱਚ ਇੱਕ ਨਿਮਨ ਪਾਤਰ ਹੈ। ਉਹ ਵੀਰਾਂਵਾਲੀ ਦੀ ਧੀ ਅਤੇ ਵਜ਼ੀਰੇ ਦੀ ਭੈਣ ਹੈ। ਉਸਦੇ ਚਰਿੱਤਰ ਵਿੱਚ ਹੇਠ ਲਿਖੇ ਗੁਣ ਸਾਹਮਣੇ ਆਉਂਦੇ ਹਨ। ਇੱਕ ਮੁਟਿਆਰ ਕੁੜੀ, ਦੀਪੋ ਇੱਕ ਮੁਟਿਆਰ ਕੁੜੀ ਹੈ। ਇਸ ਕਰਕੇ ਵੀਰਾਂਵਾਲੀ ਕਹਿੰਦੀ ਹੈ ਕਿ ਹੇ ਰੱਬਾ, ਹੁਣ ਇਹ ਸਿਆਣੀ ਹੋ ਗਈ ਹੈ, ਜੇ ਕੋਈ ਮੁੰਡਾ ਲੱਭੇ ਤਾਂ ਇਸ ਦਾ ਤੋਪਾ ਭਰਾਂ। ਮਾਂ ਦੇ ਵਿਤਕਰੇ ਦੀ ਸ਼ਿਕਾਰ, ਉਸਦੀ ਮਾਂ ਆਪਣੇ ਪੁੱਤਰਾਂ ਦੇ ਮੁਕਾਬਲੇ ਉਸ ਨਾਲ ਵਿਤਕਰਾ ਕਰਦੀ ਹੈ। ਇਸ ਕਰਕੇ ਉਹ ਉਸਦੇ ਦਾਣਿਆਂ ਵਿੱਚ ਰਲਾਉਣ ਲਈ ਲਿਆਂਦਾ ਹੋਇਆ ਗੁੜ ਵਾਪਸ ਲੈ ਲੈਂਦੀ ਹੈ, ਕਿਉਂਕਿ ਉਸਨੇ ਉਹ ਛੁਪਾ ਕੇ ਉਸਦੇ ਭਰਾ ਲਈ ਰੱਖਿਆ ਹੋਇਆ ਸੀ। ਇਹ ਦੇਖ ਕੇ ਦੀਪੋ ਨੂੰ ਗੁੱਸਾ ਆਉਂਦਾ ਹੈ ਅਤੇ ਉਹ ਗੁੜ ਦੀ ਡਲੀ ਵੀਰਾਂਵਾਲੀ ਨੂੰ ਵਾਪਸ ਦੇ ਦਿੰਦੀ ਹੈ। ਅਗਲਾ ਪੁਆਇੰਟ ਹੈ ਮਾਂ ਦੀ ਆਗਿਆ ਦਾ ਪਾਲਣ ਕਰਨ ਵਾਲੀ। ਉਹ ਮਾਂ ਦੀ ਆਗਿਆਕਾਰ ਹੈ। ਉਸਦੇ ਕਹਿਣ ਤੇ ਗੁੜ ਦੀ ਡਲੀ ਦੇ ਦਿੰਦੀ ਹੈ ਅਤੇ ਵੀਰਾਂਵਾਲੀ ਦੇ ਨਾਲ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀ ਹੈ। ਉਸਦੇ ਕਹਿਣ ਤੇ ਉਹ ਜੁੱਲੀਆਂ ਸੁੱਕਣੀਆਂ ਪਾਉਣ ਚਲੀ ਜਾਂਦੀ ਹੈ। ਬੱਚੋ, ਜੁੱਲੀਆਂ ਸ਼ਬਦ ਦਾ ਅਰਥ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਇਸ ਦਾ ਅਰਥ ਹੁੰਦਾ ਹੈ ਬਿਸਤਰੇ। ਆਸ਼ਾਵਾਦੀ। ਨੈਕਸਟ ਪੁਆਇੰਟ ਹੈ
ਉਹ ਆਸ਼ਾਵਾਦੀ ਹੈ। ਉਸਦੇ ਦਿਲ ਵਿੱਚ ਇਹ ਆਸ ਹੈ ਕਿ ਜਿਸ ਤਰ੍ਹਾਂ ਡਾਕੀਏ ਦੇ ਕਹਿਣ ਅਨੁਸਾਰ ਸਰਕਾਰ ਨੇ ਰਿਫਿਊਜੀਆਂ ਨੂੰ ਪੱਕੀਆਂ ਕੋਠੀਆਂ ਬਣਾ ਦਿੱਤੀਆਂ ਹਨ, ਇਸੇ ਤਰ੍ਹਾਂ ਉਹਨਾਂ ਲਈ ਵੀ ਬਣਾ ਦਿੱਤੀਆਂ ਜਾਣਗੀਆਂ। ਇਸੇ ਕਰਕੇ ਉਹ ਆਪਣੀ ਮਾਂ ਨੂੰ ਇਸ ਬਾਰੇ ਖਬਰ ਸੁਣਾਉਂਦੀ ਹੈ। ਬੱਚੋ ਇਹ ਤਾਂ ਸੀਗੇ ਪਾਤਰ ਚਿੱਤਰਣ, ਠੀਕ ਹੈ। ਤਾਂ ਹੁਣ ਅਸੀਂ ਕਰਾਂਗੇ ਵਾਰਤਾਲਾਪਾਂ ਤੇ ਆਧਾਰਿਤ ਪ੍ਰਸ਼ਨ, ਠੀਕ ਹੈ। ਇਸ ਤਰ੍ਹਾਂ ਦੇ ਵਾਰਤਾਲਾਪ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ ਤੇ ਉਹਨਾਂ ਬਾਰੇ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਕਿ ਇਹ ਸ਼ਬਦ ਕਿਹੜੀ ਇਕਾਂਗੀ ਚੋਂ ਨੇ, ਇਹਨਾਂ ਦਾ ਲੇਖਕ ਕੌਣ ਹੈ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ, ਵਗੈਰਾ ਵਗੈਰਾ, ਠੀਕ ਹੈ। ਇਸ ਲਈ ਇਕਾਂਗੀ ਤੁਸੀਂ ਧਿਆਨ ਨਾਲ ਪੜ੍ਹ ਲੈਣਾ। ਹਜ਼ੂਰ ਕੀ ਪੁੱਛਦੇ ਹੋ, ਦਿਨ ਦਿਹਾੜੇ ਡਾਕੇ ਵੱਜਦੇ ਨੇ, ਪਰ ਜੇ ਤੁਹਾਡੀਆਂ ਗਸ਼ਤਾਂ ਏਦਾਂ ਹੀ ਜਾਰੀ ਰਹੀਆਂ ਤਾਂ ਸਭਨਾਂ ਨੇ ਸੁਸਰੀ ਵਾਂਗ ਸੌਂ ਜਾਣਾ, ਕਿਸੇ ਨੇ ਚੂੰ ਨਹੀਂ ਕਰਨੀ। ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ? ਸਾਨੂੰ ਸਾਰਿਆਂ ਨੂੰ ਹੀ ਪਤਾ ਹੈ, ਬੰਬ ਕੇਸ ਵਿੱਚੋਂ। ਇਸ ਇਕਾਂਗੀ ਦਾ ਲੇਖਕ ਕੌਣ ਹੈ? ਬਲਵੰਤ ਗਾਰਗੀ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਸਿਪਾਹੀ ਨੇ ਨਵੇਂ ਆਏ ਹੋਏ ਥਾਣੇਦਾਰ ਨੂੰ ਕਹੇ। ਇਹਨਾਂ ਸ਼ਬਦਾਂ ਦੀ ਸੁਰ ਕਿਹੋ ਜਿਹੀ ਹੈ? ਇਹਨਾਂ ਸ਼ਬਦਾਂ ਦੀ ਸੁਰ ਖੁਸ਼ਾਮਦ ਭਰੀ ਹੈ। ਜੀ ਚੋਰ ਨਾਲੋਂ ਚੋਰ ਦੀ ਮਾਂ ਚਤੁਰ ਹੁੰਦੀ ਏ, ਕੁਝ ਨਹੀਂ ਦੱਸਣਾ ਇਸਨੇ। ਪਹਿਲਾ ਪ੍ਰਸ਼ਨ ਰਿਪੀਟ ਹੋ ਰਿਹਾ ਬੱਚੋ, ਇਹ ਸ਼ਬਦ ਕਿਹੜੀ ਇਕਾਂਗੀ ਵਿੱਚੋਂ ਹਨ, ਕਿਸ ਦੀ ਰਚਨਾ ਹੈ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ। ਇਹ ਕਰਦੇ ਹਾਂ। ਇਹ ਸ਼ਬਦ ਸਿਪਾਹੀ ਨੇ ਥਾਣੇਦਾਰ ਨੂੰ ਕਹੇ। ਚੋਰ ਦੀ ਮਾਂ ਕਿਸ ਨੂੰ ਕਿਹਾ ਗਿਆ ਹੈ? ਵੀਰਾਂ ਵਾਲੀ ਨੂੰ। ਚੋਰ ਦੀ ਮਾਂ ਕਿਹੋ ਜਿਹੀ ਹੁੰਦੀ ਹੈ? ਬਹੁਤ ਚੁਸਤ ਅਤੇ ਚਲਾਕ। ਅਗਲਾ ਵਾਰਤਾਲਾਪ ਦੇਖੋ। ਲਿਆਓ ਇਹ ਨੱਥਾ ਸਿਆਂ ਹੱਥ ਕੜੀਆਂ। ਇਹ ਬੰਬ ਬਣਾਉਂਦਾ ਏ। ਇਸ ਦਾ ਖਿਆਲ ਏ ਕਿ ਅਸੀਂ ਇਸ ਦੀਆਂ ਗੱਲਾਂ ਨੂੰ ਮਖੌਲ ਚ ਟਾਲ ਦੇਵਾਂਗੇ, ਪਰ ਮੈਂ ਸਾਰੀਆਂ ਗੱਲਾਂ ਜਾਣਦਾ ਹਾਂ। ਲਿਆ ਹੱਥ ਕੜੀਆਂ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੀ? ਥਾਣੇਦਾਰ ਨੇ ਸਿਪਾਹੀ ਨੂੰ। ਥਾਣੇਦਾਰ ਕਿਸ ਨੂੰ ਹੱਥ ਕੜੀਆਂ ਲਾਉਣੀਆਂ ਚਾਹੁੰਦਾ ਹੈ? ਵਜ਼ੀਰੇ ਨੂੰ। ਅਗਲਾ ਵਾਰਤਾਲਾਪ ਦੇਖਦੇ ਹਾਂ। ਬੜੀ ਖਚਰੀ ਏ ਬੁੱਢੀਏ, ਲੈ ਹੁਣ ਸਫੈਦ ਪੋਸ਼ਾਂ ਸਰਕਾਰੀ ਅਫਸਰਾਂ ਤੇ ਸਰਦਾਰਾਂ ਨੂੰ ਵੀ ਵਿੱਚ ਲੈਣ ਲੱਗੀ ਏ। ਤਾਂ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੀ? ਥਾਣੇਦਾਰ ਨੇ ਵੀਰਾਂ ਵਾਲੀ ਨੂੰ। ਖਚਰੀ ਬੁੱਢੀ ਕਿਸ ਨੂੰ ਕਿਹਾ ਗਿਆ ਹੈ? ਵੀਰਾਂ ਵਾਲੀ ਨੂੰ। ਅਗਲਾ ਵਾਰਤਾਲਾਪ ਦੇਖੋ। ਆਹੋ ਹਜ਼ੂਰ, ਮੈਂ ਤੁਹਾਨੂੰ ਕਦ ਇਨਕਾਰੀ ਕੀਤੀ ਏ? ਜੇ ਤੁਹਾਡੇ ਟਾਂਗੇ ਦੇ ਬੰਬ ਟੁੱਟੇ ਹੋਏ ਨੇ ਤਾਂ ਬਣਾ ਦੇਵਾਂਗਾ ਹਜ਼ੂਰ, ਛੇਤੀ ਤਿਆਰ ਕਰ ਦੇਵਾਂਗਾ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੀ? ਇਹ ਵਾਰਤਾਲਾਪ ਵਜ਼ੀਰੇ ਨੇ ਥਾਣੇਦਾਰ ਨੂੰ ਕਹੇ ਸਨ। ਵਜ਼ੀਰਾ ਕਿਹੜੇ ਬੰਬ ਬਣਾਉਂਦਾ ਸੀ? ਵਜ਼ੀਰਾ ਟਾਂਗਿਆਂ ਦੇ ਬੰਬ ਬਣਾਉਂਦਾ ਸੀ। ਨੈਕਸਟ ਹੈ, ਸਗੋਂ ਘੁੱਗੂ ਬਣਿਆ ਖੜਾ ਏ, ਜੀਭ ਤਾਲੂ ਨਾਲ ਲੱਗ ਗਈ, ਗੱਲਾਂ ਮਾਰਦਾ ਸੀ ਚਪੜ ਚਪੜ, ਸਾਨੂੰ ਧੋਖਾ ਦੇਣ ਲਈ ਆਖਦਾ ਏ ਟਾਂਗੇ ਦੇ ਬੰਬ। ਉੱਥੇ ਜਾ ਕੇ ਪੁੱਛਾਂਗੇ ਕਿਹੜੇ ਬੰਬ ਬਣਾਉਣਾ ਏ ਤੂੰ, ਚੱਲ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੀ ਬੱਚੋ? ਇਹ ਸ਼ਬਦ ਥਾਣੇਦਾਰ ਨੇ ਇਕਾਂਗੀ ਦੇ ਅੰਤ ਵਿੱਚ ਵਜ਼ੀਰੇ ਨੂੰ ਕਹੇ ਸੀ, ਜਦੋਂ ਉਹ ਉਸਨੂੰ ਗ੍ਰਿਫਤਾਰ ਕਰਕੇ ਲਿਜਾ ਰਹੇ ਸੀ। ਘੁੱਗੂ ਬਣਿਆ ਕੌਣ ਖੜਾ ਸੀ? ਵਜ਼ੀਰਾ। ਓਕੇ। ਨੈਕਸਟ ਹੈਗੇ ਨੇ ਵਸਤੂਨਿਸ਼ਟ ਪ੍ਰਸ਼ਨ, ਜਿਹੜੇ ਕਿ ਤੁਹਾਨੂੰ 1-1 ਨੰਬਰਾਂ ਦੇ ਆਉਣਗੇ। ਬੰਬ ਕੇਸ ਇਕਾਂਗੀ ਦਾ ਲੇਖਕ ਕੌਣ ਹੈ? ਬਲਵੰਤ ਗਾਰਗੀ। ਵਜ਼ੀਰਾ ਵੀਰਾਂ ਵਾਲੀ ਦਾ ਕੀ ਲੱਗਦਾ ਹੈ? ਪੁੱਤਰ। ਦੀਪੋ ਵਜ਼ੀਰੇ ਦੀ ਕੀ ਲੱਗਦੀ ਹੈ? ਭੈਣ। ਥਾਣੇਦਾਰ ਵਜ਼ੀਰੇ ਬਾਰੇ ਕਿਸ ਦੀ ਰਿਪੋਰਟ ਦਾ ਜ਼ਿਕਰ ਕਰਦਾ ਹੈ? ਕੇਰ ਸਿੰਘ ਦੀ। ਸਿਪਾਹੀ ਅਨੁਸਾਰ ਵਜ਼ੀਰਾ ਕਿੱਥੇ ਰਹਿੰਦਾ ਸੀ? ਮਿੱਤੂ ਲੁਹਾਰ ਦੇ ਮੁਹੱਲੇ ਵਿੱਚ। ਥਾਣੇਦਾਰ ਅਨੁਸਾਰ ਮੁਲਜ਼ਮਾਂ ਨੂੰ ਕੁੱਟਣ ਵਿੱਚ ਕੌਣ ਅੱਗੇ ਸਨ? ਰੂੜ ਸਿੰਘ ਅਤੇ ਬੂੜ ਸਿੰਘ। ਵੀਰਾਂ ਵਾਲੀ ਦੇ ਰਹਿਣ ਦੀ ਥਾਂ ਕਿਹੋ ਜਿਹੀ ਹੈ? ਕੁੱਲੀ। ਕੁੱਲੀ ਹੁੰਦੀ ਹੈ ਬੱਚੋ ਝੁੱਗੀ ਜਾਂ ਝੌਂਪੜੀ, ਛੋਟੀ ਜਿਹੀ, ਜਾਂ ਕੋਈ ਛੋਟਾ ਜਿਹਾ ਘਰ ਜਿਹਦੇ ਵਿੱਚ ਇੱਕ ਜਾਂ ਦੋ ਇੱਕੋ ਹੀ ਕਮਰਾ ਹੋਵੇ, ਰਹਿਣ ਦੇ ਲਈ ਪ੍ਰੋਪਰ ਥਾਂ ਨਾ ਹੋਵੇ, ਬਹੁਤ ਭੀੜਾ ਜਿਹਾ ਘਰ ਹੋਵੇ ਤਾਂ ਉਸਨੂੰ ਕੁੱਲੀ ਕਹਿ ਦਿੱਤਾ ਜਾਂਦਾ ਹੈ। ਦੀਪੋ ਕਿਸ ਦੀ ਭੱਠੀ ਤੋਂ ਦਾਣੇ ਭੁਨਾ ਕੇ ਲਿਆਈ ਸੀ? ਸੋਧਾਂ ਦੀ। ਵੀਰਾਂ ਵਾਲੀ ਦੀਪੋ ਨੂੰ ਕਿਸ ਦੇ ਤੰਦੂਰ ਤੋਂ ਰੋਟੀਆਂ ਲਾਉਣ ਨੂੰ ਕਹਿੰਦੀ ਹੈ? ਜਵਾਲੀ ਦੇ। ਮਾਨਾ ਕੌਣ ਸੀ ਵੀਰਾਂ ਵਾਲੀ ਦੀ ਗੁਆਂਢਣ? ਮਾਨਾ ਦੇ ਪੁੱਤਰ ਦਾ ਕੀ ਨਾਂ ਸੀ? ਪਾਲੀ। ਪਾਲੀ ਕੀ ਕਰਨ ਲਈ ਰੱਟਾ ਪਾਈ ਬੈਠਾ ਸੀ? ਪੀਂਘ ਪਾਉਣ ਲਈ। ਮਾਨਾ ਕਿਸ ਦੇ ਘਰੋਂ ਲੱਜ ਮੰਗ ਕੇ ਲਿਆਈ ਸੀ? ਲੱਜ ਦਾ ਅਰਥ ਹੁੰਦਾ ਬੱਚੋ ਰੱਸਾ, ਜਿਹੜੇ ਰੱਸੇ ਦੀ ਤੁਸੀਂ ਪੀਂਘ ਪਾਉਂਦੇ ਹੋ, ਮਜ਼ਬੂਤ ਰੱਸਾ ਹੁੰਦਾ, ਠੀਕ ਹੈ, ਉਸਨੂੰ ਲੱਜ ਕਿਹਾ ਜਾਂਦਾ ਹੈ। ਕੌੜੀ ਦੇ। ਕੌੜੀ ਦੇ ਘਰੋਂ ਲੱਜ ਮੰਗ ਕੇ ਲੈ ਕੇ ਆਈ ਸੀ। ਵਜ਼ੀਰਾ ਕਿਸ ਦੀ ਹਵੇਲੀ ਵਿੱਚ ਕੰਮ ਕਰਨ ਲਈ ਗਿਆ ਹੋਇਆ ਸੀ? ਬੁੱਗੇ ਮੱਲ ਦੀ। ਇਹ ਪ੍ਰਸ਼ਨ ਇੰਪੋਰਟੈਂਟ ਹੈ।
ਵਜ਼ੀਰਾ ਘਰੋਂ ਕਿਹੜੇ ਸੰਦ ਲੈ ਕੇ ਗਿਆ ਸੀ? ਤੇਸਾ ਅਤੇ ਆਰੀ। ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ। ਮਾਨਾ ਅਨੁਸਾਰ ਬੁੱਗਾ ਮੱਲ ਕਿਹੋ ਜਿਹਾ ਆਦਮੀ ਸੀ? ਝੂਠਾਂ ਦੀ ਪੰਡ। ਵੀਰਾਂਵਾਲੀ ਦੇ ਕਿੰਨੇ ਪੁੱਤਰ ਸਨ? 3। ਇਹ ਪ੍ਰਸ਼ਨ ਵੀ ਮਸ਼ਹੂਰ ਹੈ। ਵੀਰਾਂਵਾਲੀ ਦਾ ਪਰਿਵਾਰ ਕਿੱਥੋਂ ਉੱਜੜ ਕੇ ਆਇਆ ਸੀ? ਪਾਕਿਸਤਾਨ ਤੋਂ। ਥਾਣੇਦਾਰ ਵੀਰਾਂਵਾਲੀ ਦੇ ਕਿਹੜੇ ਪੁੱਤਰ ਦਾ ਨਾਂ ਡਾਇਰੀ ਵਿੱਚ ਲਿਖ ਲੈਂਦਾ ਹੈ? ਕਰਨੈਲ ਸਿੰਘ ਦਾ। ਵੀਰਾਂਵਾਲੀ ਦਾ ਕਿਹੜਾ ਪੁੱਤਰ ਸਹੁਰੇ ਗਿਆ ਹੋਇਆ ਸੀ? ਜਰਨੈਲ ਸਿੰਘ। ਵੀਰਾਂਵਾਲੀ ਨੇ ਖੂਹ ਵਿੱਚੋਂ ਕੀ ਕੱਢਿਆ ਸੀ? ਮੇਮਣਾ। ਤਾਂ ਬੱਚੋ ਇਹ ਤਾਂ ਸੀਗੇ ਵਸਤੂਨਿਸ਼ਟ ਪ੍ਰਸ਼ਨ ਤੁਹਾਡੀ ਇਕਾਂਗੀ ਦੇ, ਜਿਸ ਦਾ ਨਾਂ ਹੈ ਬੰਬ ਕੇਸ। ਬੱਚੋ ਜੇਕਰ ਤੁਸੀਂ ਬੰਬ ਕੇਸ ਇਕਾਂਗੀ ਦੀ ਜਿਹੜੀ ਪ੍ਰੀਵੀਅਸ ਵੀਡੀਓ ਹੈ ਉਹ ਨਹੀਂ ਦੇਖੀ ਹੋਈ ਤਾਂ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਜਾਓ, ਉੱਥੇ ਤੁਹਾਨੂੰ ਲਿੰਕ ਮਿਲੇਗਾ, ਲਿੰਕ ਤੇ ਕਲਿੱਕ ਕਰੋ ਅਤੇ ਵੀਡੀਓ ਨੂੰ ਵੇਖੋ। ਤੁਹਾਨੂੰ ਫਿਰ ਹੀ ਇਹ ਵਾਰਤਾਲਾਪ ਤੇ ਪ੍ਰਸ਼ਨ ਸਮਝ ਆਉਣਗੇ ਜੇਕਰ ਤੁਸੀਂ ਉਹ ਵੀਡੀਓ ਵੇਖੋਗੇ, ਕਿਉਂਕਿ ਉਸ ਦੇ ਵਿੱਚ ਪੂਰੀ ਇਕਾਂਗੀ ਦੀ ਕਹਾਣੀ ਸੁਣਾਈ ਹੋਈ ਹੈ ਬਹੁਤ ਅੱਛੀ ਤਰ੍ਹਾਂ। ਪਹਿਲਾਂ ਉਸ ਨੂੰ ਸਮਝੋ, ਅੰਡਰਸਟੈਂਡ ਕਰੋ, ਦੈਨ ਇਹ ਵੀਡੀਓ ਦੇਖੋ। ਪੂਰੀ ਦੀ ਪੂਰੀ ਵੀਡੀਓ ਵੇਖਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਤੇ ਬੱਚੋ ਇੱਕ ਗੱਲ ਹੋਰ, ਆਪਣੇ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ। ਗੁੱਡ ਬਾਏ।